ਹੈਲੋ एवरीवन ਵੈਲਕਮ ਟੂ CBC ਅਕੈਡਮੀ ਅਬੋਰ। ਮੈਂ ਹਾਂ ਅਰੁਣ ਤਨੇਜਾ। ਅੱਜ ਆਪਾਂ ਸਟਾਰਟ ਕਰਨ ਲੱਗੇ ਹਾਂ ਪੰਜਾਬ ਕਰੰਟ ਅਫੇਅਰ ਪਾर्ट 1, ਜਿਹਦੇ ਵਿੱਚ ਆਪਾਂ ਸੋਲੋ ਫੋਕਸ ਕਰਾਂਗੇ ਪੰਜਾਬ ਦੇ ਕਰੰਟ ਅਫੇਅਰਸ 'ਤੇ। ਹੋਰ ਇੰਡੀਆ ਦੇ ਕਰੰਟ ਅਫੇਅਰ 'ਤੇ ਫੋਕਸ ਨਹੀਂ ਕੀਤਾ ਜਾਊਗਾ। ਜਿਹੜੇ ਆਲ ਓਵਰ ਇੰਡੀਆ ਦੇ ਕਰੰਟ ਅਫੇਅਰਸ ਹੈ ਜੋ ਆਪਣੇ ਪੰਜਾਬ PCS ਲਈ ਰੈਲੇਵੈਂਟ ਹੈ, ਉਹ ਤੁਸੀਂ ਸਾਡੀ ਜਿਹੜੀ ਐਪ ਹੈ ਉੱਥੇ ਜਾ ਕੇ ਵੇਖ ਸਕਦੇ ਹੋ। ਅਤੇ ਐਪ ਨੂੰ ਜਾ ਕੇ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਦੇ ਵਿੱਚੋਂ। ਜਿਹੜੇ ਸਾਡੇ ਕੋਰਸਿਸ ਹੈ ਪੰਜਾਬ PCS ਨੂੰ ਲੈ ਕੇ, ਉਹਨਾਂ ਨੂੰ ਵੀ ਜੁਆਇਨ ਕਰ ਸਕਦੇ ਹੋ। ਸੋ ਆਪਾਂ ਸਟਾਰਟ ਕਰਦੇ ਹਾਂ ਅੱਜ ਦੇ ਕਰੰਟ ਅਫੇਅਰਸ। ਜਿਹੜਾ ਆਪਣਾ ਪਹਿਲਾ ਕਰੰਟ ਅਫੇਅਰ ਹੈਗਾ 10 more wetlands from the India declare as a Ramsar site। 10 ਹੋਰ ਵੈਟਲੈਂਡ ਡਿਕਲੇਅਰ ਕੀਤੇ ਗਏ ਹੈ ਐਜ਼ ਏ ਰਾਮਸਰ ਸਾਈਟਸ ਦੇ ਵਿੱਚ। ਤੁਹਾਨੂੰ ਪਤਾ ਹੀ ਹੋਊਗਾ ਰਾਮਸਰ ਸਾਈਟ ਕਿਸ ਵਾਸਤੇ ਹੁੰਦੀ ਹੈ, ਵੈਟਲੈਂਡ ਨੂੰ ਪ੍ਰੋਟੈਕਟ ਕਰਨ ਵਾਸਤੇ ਡਿਕਲੇਅਰ ਕੀਤੀ ਜਾਂਦੀ ਹੈ ਰਾਮਸਰ ਸਾਈਟਸ। ਰਾਮਸਰ ਸਾਈਟ ਕਿਹਦੇ ਅੰਡਰ ਆਉਂਦੀ ਹੈ? ਰਾਮਸਰ ਕਨਵੈਨਸ਼ਨ ਦੇ ਅੰਡਰ ਆਉਂਦੀ ਹੈ ਰਾਮਸਰ ਸਾਈਟਸ, ਜਿਹੜੀ ਡਿਕਲੇਅਰ ਹੋਈ ਸੀਗੀ 1971 ਦੇ ਵਿੱਚ। ਆਪਾਂ ਥੋੜਾ ਜਿਹਾ ਇਹਦੀ ਡਿਟੇਲ ਵੀ ਪੜ੍ਹ ਲੈਂਦੇ ਹਾਂ। ਰਾਮਸਰ ਸਾਈਟ ਆਰ ਦੋਰ ਵਿਚ ਆਰ ਡਿਕਲੇਅਰਡ ਅੰਡਰ ਦਾ ਰਾਮਸਰ ਕਨਵੈਨਸ਼ਨ ਸਾਈਨਡ ਇਨ 1971 ਟੂ ਪ੍ਰੀਜ਼ਰਵ ਵੈਟਲੈਂਡਸ ਆਨ ਦਾ ਨੈਸ਼ਨਲ ਲੈਵਲ। ਜਿਹੜੇ ਆਪਣੇ ਨੈਸ਼ਨਲ ਲੈਵਲ 'ਤੇ ਵੈਟਲੈਂਡ ਹੈਗੇ ਆ, ਉਹਨਾਂ ਨੂੰ ਪ੍ਰੀਜ਼ਰਵ ਕਰਨ ਵਾਸਤੇ ਰਾਮਸਰ ਕਨਵੈਨਸ਼ਨ ਲਾਂਚ ਕੀਤੀ ਗਈ ਸੀ, ਜਾਂ ਕਹਿ ਸਕਦੇ ਹਾਂ ਸਾਈਨ ਕੀਤੀ ਗਈ ਸੀਗੀ, ਜਿਹਦੇ ਅੰਡਰ ਡਿਕਲੇਅਰ ਕੀਤੀਆਂ ਜਾਂਦੀਆਂ ਰਾਮਸਰ ਸਾਈਟਸ। ਇਹ ਕਦੋਂ ਹੋਈ ਸੀਗੀ ਰਾਮਸਰ ਕਨਵੈਨਸ਼ਨ? 1971 ਦੇ ਵਿੱਚ ਹੋਈ ਸੀ। ਏਮ ਕੀ ਹੈ ਰਾਮਸਰ ਕਨਵੈਨਸ਼ਨ ਦਾ? ਟੂ ਪ੍ਰੀਜ਼ਰਵ ਦਾ ਵੈਟਲੈਂਡ। ਠੀਕ ਹੈ ਜੀ। ਇਹ ਰਾਮਸਰ ਹੈ ਕਿੱਥੇ? ਰਾਮਸਰ ਕਨਵੈਨਸ਼ਨ ਹੋਈ ਕਿੱਥੇ ਸੀਗੀ? ਤਹਿਰਾਨ, ਈਰਾਨ ਦੇ ਵਿੱਚ ਹੋਈ ਸੀਗੀ। ਠੀਕ ਹੈ ਜੀ। ਹੁਣ ਜਿਹੜੀਆਂ ਆਪਣੀਆਂ ਪਹਿਲਾਂ ਸਾਈਟ ਸੀਗੀਆਂ ਉਹ 27 ਸੀਗੀਆਂ, ਹੁਣ ਟੋਟਲ ਜਿਹੜੀਆਂ ਆਪਣੀਆਂ ਸਾਈਟ ਹੋ ਗਈਆਂ ਉਹ 37 ਹੋ ਗਈਆਂ। ਠੀਕ ਹੈ ਜੀ। 10 ਹੋਰ ਸਾਈਟ ਐਡ ਕੀਤੀਆਂ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਪੰਜਾਬ ਦੇ ਨਾਲ ਇਸ ਦੀ ਕੀ ਰੈਲੇਵੈਂਟ ਹੈ। ਪੰਜਾਬ ਦੇ ਵਿੱਚੋਂ 3 ਸਾਈਟ ਹੋਰ ਡਿਕਲੇਅਰ ਕੀਤੀਆਂ ਗਈਆਂ ਐਜ਼ ਏ ਰਾਮਸਰ ਸਾਈਟਸ। ਪਹਿਲਾਂ ਆਪਣੀਆਂ ਜਿਹੜੀ ਪੰਜਾਬ ਦੇ ਵਿੱਚ 3 ਸਾਈਟ ਸੀਗੀਆਂ, ਹੁਣ ਟੋਟਲ 6 ਹੋ ਗਈਆਂ। 3 ਹੁਣ ਰਿਸੈਂਟਲੀ ਹੀ ਡਿਕਲੇਅਰ ਕੀਤੀਆਂ ਗਈਆਂ ਐਜ਼ ਏ ਰਾਮਸਰ ਸਾਈਟਸ। ਰਾਮਸਰ ਸਾਈਟਸ ਤੇ 2018 ਦੇ PCS ਦੇ ਵਿੱਚ ਕੁਐਸਚਨ ਪੁੱਛਿਆ ਵੀ ਗਿਆ। ਸੋ ਆਪਾਂ ਪੜ੍ਹਦੇ ਹਾਂ ਹੁਣ ਆਪਾਂ ਕਿਹੜੀਆਂ ਜਿਹੜੀਆਂ ਆਪਣੀਆਂ 3 ਸਾਈਟ ਹੋਰ ਐਜ਼ ਏ ਰਾਮਸਰ ਕਨਵੈਨਸ਼ਨ ਦੇ ਵਿੱਚ ਡਿਕਲੇਅਰ ਕੀਤੀਆਂ ਗਈਆਂ। ਜਿਹੜੀ ਆਪਣੀ ਪਹਿਲੀ ਹੈਗੀ ਹੈ ਕੇਸ਼ਵਪੁਰ ਮਿਆਨੀ, ਸੈਕਿੰਡ ਹੈਗੀ ਹੈ ਬਿਆਸ ਕੰਜ਼ਰਵੇਸ਼ਨ ਰਿਜ਼ਰਵ, ਤੀਸਰਾ ਹੈਗਾ ਨੰਗਲ। These are 3 Ramsar sites are newly added to Punjab. Apart from these 3 sites of Punjab already has 3 Ramsar sites. Thus the total Ramsar sites in the Punjab count to 6. ਹੁਣ ਜਿਹੜੇ ਟੋਟਲ ਆਪਣੀਆਂ ਰਾਮਸਰ ਸਾਈਟਸ ਹੋ ਗਈਆਂ 6 ਹੋ ਗਈਆਂ। ਜਿਹੜੀਆਂ ਪਹਿਲਾਂ 3 ਸੀਗੀਆਂ, ਪਹਿਲਾਂ ਹੁਣ ਲੇਟੈਸਟ ਕੀਤੀਆਂ ਡਿਕਲੇਅਰ ਇੰਡੀਆ ਨੇ ਰਾਮਸਰ ਸਾਈਟਸ ਦੇ ਵਿੱਚ। ਸੋ ਟੋਟਲ 6 ਹੋ ਗਈਆਂ। ਜਿਹੜੀਆਂ 3 ਹੁਣੇ ਡਿਕਲੇਅਰ ਕੀਤੀਆਂ ਇੰਡੀਆ ਨੇ ਰਾਮਸਰ ਸਾਈਟ ਪੰਜਾਬ 'ਚੋਂ, ਉਹਨਾਂ ਦੇ ਜਿਹੜੇ ਡਿਸਟ੍ਰਿਕਟ ਆਪਾਂ ਨੂੰ ਬਹੁਤ ਹੀ ਇੰਪੋਰਟੈਂਟ ਹੈ, ਆਪਾਂ ਨੂੰ ਪਤਾ ਹੋਣੇ ਚਾਹੀਦੇ ਆ। ਜਿਵੇਂ ਕਿ ਨੰਗਲ ਹੈ। ਨੰਗਲ ਕਿਹੜੇ ਡਿਸਟ੍ਰਿਕਟ 'ਚ ਆਉਂਦੀ ਹੈ? ਨੰਗਲ ਜਿਹੜੀ ਲੇਟੈਸਟ ਰਾਮਸਰ ਕਨਵੈਨਸ਼ਨ ਦੇ ਅੰਡਰ ਸਾਈਟ ਡਿਕਲੇਅਰ ਕੀਤੀ ਗਈ ਹੈ, ਨੰਗਲ ਆਉਂਦੀ ਹੈ ਰੂਪਨਗਰ ਡਿਸਟ੍ਰਿਕਟ ਦੇ ਵਿੱਚ। ਸੈਕਿੰਡ ਹੈਗੀ ਕੇਸ਼ਵਪੁਰ ਮਿਆਨੀ ਕਮਿਊਨਿਟੀ ਰਿਜ਼ਰਵ, ਕਿਤੇ ਹੈਗਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ। ਬਿਆਸ ਕਿਤੇ ਹੈਗਾ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ। ਸਾਰੇ ਡਿਸਟ੍ਰਿਕਟ ਬਹੁਤ ਹੀ ਇੰਪੋਰਟੈਂਟ ਹੈ, ਕਿਉਂਕਿ ਕਈ ਵਾਰੀ ਪੁੱਛਿਆ ਲਿਆ ਜਾਂਦਾ ਵੀ ਬੇਨ ਕਿੱਥੇ ਹੈ ਜਾਂ ਕਾਲੀ ਬੇਨ ਕਿੱਧਰ ਹੈ। ਇਹ ਸਾਰੇ ਆਪਾਂ ਨੂੰ ਪਤਾ ਹੋਣੇ ਚਾਹੀਦੇ ਵੀ ਕਿਹੜੇ ਡਿਸਟ੍ਰਿਕਟ ਦੇ ਵਿੱਚ ਕਿਹੜਾ ਕਮਿਊਨਿਟੀ ਰਿਜ਼ਰਵ ਹੈ, ਕਿਹੜਾ ਆਪਣਾ ਨੈਸ਼ਨਲ ਪਾਰਕ ਹੈ, ਜਾਂ ਕਹਿ ਸਕਦੇ ਵਾਈਲਡ ਲਾਈਫ ਸੈਂਚੁਰੀ ਹੈ। ਸਾਰੀਆਂ ਪਤਾ ਹੋਣੀਆਂ ਚਾਹੀਦੀਆਂ। ਸੋ 3 ਵੈਟਲੈਂਡ ਨਵੇਂ ਡਿਕਲੇਅਰ ਕੀਤੇ ਗਏ ਹੈ ਰਾਮਸਰ ਸਾਈਟ ਦੇ ਅੰਡਰ ਪੰਜਾਬ 'ਚੋਂ। ਪਹਿਲਾ ਹੈਗਾ ਨੰਗਲ, ਸੈਕਿੰਡ ਹੈਗਾ ਕੇਸ਼ਵਪੁਰ ਮਿਆਨੀ ਕਮਿਊਨਿਟੀ ਰਿਜ਼ਰਵ, ਤੀਜਾ ਹੈਗਾ ਬਿਆਸ। ਨੰਗਲ ਕਿਤੇ ਹੈਗਾ ਰੂਪਨਗਰ ਡਿਸਟ੍ਰਿਕਟ ਦੇ ਵਿੱਚ, ਕੇਸ਼ਵਪੁਰ ਮਿਆਨੀ ਕਮਿਊਨਿਟੀ ਰਿਜ਼ਰਵ ਕਿਤੇ ਹੈਗਾ ਗੁਰਦਾਸਪੁਰ ਦੇ ਵਿੱਚ, ਬਿਆਸ ਕਿਤੇ ਹੈਗਾ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ। ਸੋ ਆਪਾਂ ਨੈਕਸਟ ਕਰੰਟ ਅਫੇਅਰ 'ਤੇ ਮੂਵ ਕਰਦੇ ਹਾਂ। ਹੁਣ ਨੈਕਸਟ ਤੋਂ ਮੂਵ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਾਮਸਰ ਕਨਵੈਨਸ਼ਨ ਬਾਰੇ ਹੋਰ ਡਿਟੇਲ ਦੇ ਵਿੱਚ ਸਮਝਾਉਣਾ ਚਾਹੂੰਗਾ, ਉਹ ਤੁਸੀਂ ਪੜ੍ਹ ਸਕਦੇ ਹੋ। ਰਾਮਸਰ ਕਨਵੈਨਸ਼ਨ 1971 ਦੇ ਵਿੱਚ ਹੋਈ ਸੀਗੀ। ਮੋਟਿਵ ਕੀ ਸੀਗਾ? ਕੰਜ਼ਰਵੇਸ਼ਨ ਐਂਡ ਸਸਟੇਨੇਬਲ ਯੂਟੀਲਾਈਜੇਸ਼ਨ ਆਫ ਦਾ ਵੈਟਲੈਂਡ। ਰਾਮਸਰ ਕਨਵੈਨਸ਼ਨ ਦਾ ਮੋਟਿਵ ਕੀ ਸੀਗਾ? ਜਿਹੜੀ ਵੈਟਲੈਂਡਸ ਨੂੰ ਪ੍ਰੀਜ਼ਰਵ ਕਰਨਾ ਸੀਗਾ ਇਹਦਾ ਮੋਟਿਵ। ਇੰਡੀਆ ਇਜ਼ ਅ ਪਾਰਟ ਆਫ ਇੰਡੀਆ ਇਹਦਾ ਪਾਰਟ ਹੈਗਾ। ਦੇਰ ਆਰ ਕਰੰਟਲੀ 37 ਰਾਮਸਰ ਸਾਈਟ। ਹੁਣੇ ਪ੍ਰੈਜ਼ੈਂਟਲੀ 37 ਸਾਈਟਸ ਹੈਗੀਆਂ ਰਾਮਸਰ ਕਨਵੈਨਸ਼ਨ ਦੇ ਅੰਡਰ ਇੰਡੀਆ ਦੀਆਂ। ਠੀਕ ਹੈ ਜੀ। 10 ਹੁਣੇ ਐਡ ਕੀਤੀਆਂ, 27 ਪਹਿਲਾਂ ਸੀਗੀਆਂ। 10 ਦੇ ਵਿੱਚੋਂ 3 ਪੰਜਾਬ 'ਚੋਂ ਹੁਣੇ ਐਡ ਕੀਤੀਆਂ। ਕੀ ਨਾਮ ਆ ਉਹਦੇ? ਨੰਗਲ, ਕੇਸ਼ਵਪੁਰ ਮਿਆਨੀ, ਤੇ ਇੱਕ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ। ਰਾਮਸਰ ਕਨਵੈਨਸ਼ਨ ਵਰਕ ਵਿਦ ਓਨਲੀ ਦਾ ਫੋਲੋਇੰਗ ਆਰਗੇਨਾਈਜੇਸ਼ਨ। ਹਾਂਜੀ, ਜਿਹੜੀ ਰਾਮਸਰ ਕਨਵੈਨਸ਼ਨ ਹੈਗੀ ਆ ਉਹ ਅੱਗੇ 4 ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਕੰਮ ਕਰਦੀ ਹੈ। 5 ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਕੰਮ ਕਰਦੀ ਹੈ। ਇਹਨਾਂ ਦੇ ਨਾਮ ਵੀ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ। ਇੰਟਰਨੈਸ਼ਨਲ ਯੂਨੀਅਨ ਫॉर द ਕੰਜ਼ਰਵੇਸ਼ਨ ਆਫ ਦ ਨੇਚਰ IUCN, ਸੈਕਿੰਡ ਹੈਗੀ ਹੈ ਬਰਡ ਲਾਈਫ ਇੰਟਰਨੈਸ਼ਨਲ, ਥਰਡ ਹੈਗੀ ਹੈ ਇੰਟਰਨੈਸ਼ਨਲ ਵਾਟਰ ਮੈਨੇਜਮੈਂਟ ਇੰਸਟੀਟਿਊਟ, ਫੋਰਥ ਹੈਗੀ ਹੈ ਵੈਟਲੈਂਡ ਇੰਟਰਨੈਸ਼ਨਲ, ਫਿਫਥ ਹੈਗੀ ਹੈ ਵਾਈਲਡ ਫਲੋ ਐਂਡ ਵੈਟਲੈਂਡ ਟਰਸਟ WWT ਇੰਟਰਨੈਸ਼ਨਲ। ਬਹੁਤ ਇੰਪੋਰਟੈਂਟ ਹੈ। ਕਈ ਵਾਰੀ ਇਹ ਵੀ ਪੁੱਛਿਆ ਜਾਂਦਾ ਵੀ ਜਿਹੜੀ ਰਾਮਸਰ ਕਨਵੈਨਸ਼ਨ ਕਿਹੜੀਆਂ ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਕੰਮ ਕਰਦੀ ਹੈ। ਸੋ ਆਪਾਂ ਥੋੜ੍ਹਾ ਜਿਹਾ ਫਿਰ ਰਿਵਾਈਜ਼ ਕਰ ਲੈਂਦੇ। ਰਾਮਸਰ ਕਨਵੈਨਸ਼ਨ ਕਦੋਂ ਹੋਈ ਸੀਗੀ? 1971 ਦੇ ਵਿੱਚ ਹੋਈ ਸੀਗੀ। ਟੋਟਲ ਸਾਈਟਸ ਇੰਡੀਆ ਦੇ ਵਿੱਚ ਕਿੰਨੀਆਂ? 37 ਹੈਗੀਆਂ। ਪਹਿਲਾਂ ਕਿੰਨੀਆਂ ਸੀ? 27 ਹੈ। 10 ਹੋਰ ਨਵੀਆਂ ਐਡ ਕੀਤੀਆਂ।
10 ਦੇ ਵਿੱਚੋਂ 3 ਜਿਹੜੀਆਂ ਸਾਈਟਸ ਹੈਗੀਆਂ ਪੰਜਾਬ ਦੇ ਵਿੱਚੋਂ ਐਡ ਕੀਤੀਆਂ ਗਈਆਂ, ਬਾਕੀ ਜਿਹੜੀਆਂ 7 ਹੈਗੀਆਂ ਆਲ ਓਵਰ ਇੰਡੀਆ ਦੇ ਵਿੱਚੋਂ ਐਡ ਕੀਤੀਆਂ ਗਈਆਂ। ਸੋ ਇਹ ਸੀਗੀ ਸਰਾਜ ਦੀ ਰਾਮਸਰ ਕਨਵੈਨਸ਼ਨ। ਰਾਮਸਰ ਕਨਵੈਨਸ਼ਨ ਦੇ ਨਾਲ ਕਿਹੜੀਆਂ ਹੋਰ ਆਰਗੇਨਾਈਜੇਸ਼ਨ ਮਿਲ ਕੇ ਇਹਨੂੰ ਸਕਸੈਸਫੁਲ ਬਣਾਉਂਦੀਆਂ ਜਾਂ ਕਿਹੜੀਆਂ ਹੋਰ ਆਰਗੇਨਾਈਜੇਸ਼ਨ ਇਹਦੇ ਨਾਲ ਜੁੜੀਆਂ ਹੋਈਆਂ। ਸੋ ਆਪਾਂ ਪੜ੍ਹ ਲਈਆਂ ਆਲਰੇਡੀ ਉਹਨਾਂ ਨੂੰ, IUCN, ਬਰਡ ਲਾਈਫ ਇੰਟਰਨੈਸ਼ਨਲ, WWD ਐਂਡ ਵੈਟਲਾਈਫ ਇੰਟਰਨੈਸ਼ਨਲ। ਸੋ ਇਹ ਸਾਰੀਆਂ ਸੀਗੀਆਂ ਉਹਦੇ ਨਾਲ ਐਸੋਸੀਏਟ ਕੰਮ ਕਰਦੀਆਂ। ਸੋ ਆਪਾਂ ਨੈਕਸਟ ਪੜ੍ਹਦੇ ਹਾਂ ਹੁਣ। ਸੋ 8 ਸਟੇਟ ਫਾਈਨਲਾਈਜ਼ਡ ਐਗਰੀਕਲਚਰ ਐਕਸਪੋਰਟ ਪੋਲਿਸੀ ਬਾਈ ਦਾ ਗੌਰਮੈਂਟ ਆਫ ਇੰਡੀਆ। ਜਿਹੜੀ ਐਗਰੀਕਲਚਰ ਐਕਸਪੋਰਟ ਪੋਲਿਸੀ ਹੈ ਗੌਰਮੈਂਟ ਆਫ ਇੰਡੀਆ ਦੀ, ਉਸ 8 ਸਟੇਟਾਂ ਨੇ ਫਾਈਨਲਾਈਜ਼ ਕੀਤੀ। ਉਹਦੇ ਵਿੱਚੋਂ ਇੱਕ ਪੰਜਾਬ ਵੀ ਹੈ ਜਿਹਨੇ ਆਪਣੀ ਐਗਰੀਕਲਚਰ ਐਕਸਪੋਰਟ ਪੋਲਿਸੀ ਨੂੰ ਫਾਈਨਲਾਈਜ਼ ਕੀਤਾ ਹੈ। ਫਸਟ ਪੁਆਇੰਟ ਹੈਗਾ ਐਜ਼ ਪਰ ਦ ਐਗਰੀਕਲਚਰ ਐਂਡ ਦ ਪ੍ਰੋਸੈਸਿੰਗ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ EPIDA, 8 ਸਟੇਟ ਨੇਮਲੀ ਮਹਾਰਾਸ਼ਟਰ, Uttar Pradesh, Kerala, Nagaland, Tamil Nadu, Assam, Punjab and the Karnataka finalized an action plan for the agriculture export policy to enhance export। ਜਿਹੜੇ ਆਪਣੇ ਐਕਸਪੋਰਟਸ ਨੂੰ ਵਧਾਉਣ ਵਾਸਤੇ ਐਗਰੀਕਲਚਰ ਐਕਸਪੋਰਟ ਪੋਲਿਸੀ ਫਾਈਨਲਾਈਜ਼ ਕੀਤੀ ਹੈ। 8 ਸਟੇਟ ਨੇ ਕੀਤੀ ਹੈ, ਬਾਕੀ ਸਟੇਟਾਂ ਨੇ ਨਹੀਂ ਕੀਤੀ ਹਜੇ। ਉਹਨਾਂ ਵਿੱਚੋਂ ਨਾਮ ਪੰਜਾਬ ਦਾ ਵੀ ਹੈਗਾ। ਸੋ ਆਪਾਂ ਪੜ੍ਹ ਲੈਂਦੇ ਹਾਂ। ਦ ਪ੍ਰੋਡਕਟ ਕਲਸਟਰ ਸਿਲੈਕਟਡ ਆ ਜਲੰਧਰ। ਜਿਹੜਾ ਪ੍ਰੋਡਕਟ ਮਤਲਬ ਇਸ ਪੋਲਿਸੀ ਦੇ ਵਿੱਚ ਮੇਜਰ ਐਕਸਪੋਰਟ ਕੀਤਾ ਜਾਊਗਾ ਉਹਦੇ ਕਲਸਟਰ ਬਣਾਏ ਗਏ। ਪੰਜਾਬ ਦੇ ਵਿੱਚ ਕਿਹਨੂੰ ਕਲਸਟਰ ਬਣਾਇਆ ਗਿਆ? ਪੰਜਾਬ ਦੇ ਵਿੱਚ ਜਲੰਧਰ ਨੂੰ ਕਲਸਟਰ ਬਣਾਇਆ ਗਿਆ। ਕਿਹਦੇ ਵਾਸਤੇ? ਕਿਹੜੇ ਫਰੂਟ ਵਾਸਤੇ ਜਾਂ ਕਿਹੜੀ ਵੈਜੀਟੇਬਲ ਵਾਸਤੇ ਜਾਂ ਕਿਹੜੇ ਐਗਰੀਕਲਚਰ ਪ੍ਰੋਡਕਟ ਵਾਸਤੇ ਇਹਨੂੰ ਕਲਸਟਰ ਬਣਾਇਆ ਗਿਆ? ਇਹਨੂੰ ਪੋਟੈਟੋ ਵਾਸਤੇ ਕਲਸਟਰ ਬਣਾਇਆ ਗਿਆ। ਬਾਕੀ ਆਪਣੇ ਲਈ ਪੜ੍ਹਨੇ ਇੰਨੇ ਜ਼ਿਆਦਾ ਰੈਲੇਵੈਂਟ ਨਹੀਂ। ਆਪਾਂ ਨੂੰ ਪੰਜਾਬ ਦਾ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਆਪਾਂ ਪੰਜਾਬ ਦੇ ਕਰੰਟ ਅਫੇਅਰ ਕਰ ਰਹੇ ਹਾਂ। ਜਦੋਂ ਆਪਾਂ ਨੈਸ਼ਨਲ ਲੈਵਲ ਦੇ ਕਰੰਟ ਅਫੇਅਰ ਪੜ੍ਹਾਂਗੇ ਤਾਂ ਉਹਦੇ ਵਿੱਚ ਆਪਾਂ ਸਾਰੀ ਚੀਜ਼ਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਹੁਣ ਲਈ ਇੰਨਾ ਹੀ ਹੈ ਕਿ ਪੰਜਾਬ ਨੇ ਜਿਹੜੀ ਆਪਣੀ ਐਗਰੀਕਲਚਰ ਐਕਸਪੋਰਟ ਪੋਲਿਸੀ ਆ ਉਹਨੂੰ ਫਾਈਨਲਾਈਜ਼ ਕਰਤਾ। ਟੋਟਲ ਕਿੰਨੀਆਂ ਸਟੇਟ ਨੇ ਕੀਤਾ? 8 ਨੇ ਕੀਤਾ। ਓਵਰਆਲ ਸਟੇਟਸ ਨੇ ਨਹੀਂ ਕੀਤਾ ਤੇ ਪੰਜਾਬ ਉਹਨਾਂ ਵਿੱਚੋਂ ਇੱਕ ਹੈ। ਪੰਜਾਬ ਨੇ ਜਿਹੜਾ ਆਪਣਾ ਕਲਸਟਰ ਹੈ ਐਗਰੀਕਲਚਰ ਐਕਸਪੋਰਟ ਕਰਨ ਵਾਸਤੇ ਉਹ ਜਲੰਧਰ ਨੂੰ ਚੂਜ਼ ਕੀਤਾ। ਕਿਹੜੀ ਐਗਰੀਕਲਚਰ ਪ੍ਰੋਡਕਟ ਨੂੰ ਚੂਜ਼ ਕੀਤਾ? ਉਹਨੇ ਪੋਟੈਟੋ ਨੂੰ ਚੂਜ਼ ਕੀਤਾ। ਸੋ ਇਹੀ ਆਪਣੇ ਲਈ ਪੜ੍ਹਨਾ ਇੰਪੋਰਟੈਂਟ ਸੀਗਾ। ਸੋ ਆਪਾਂ ਨੈਕਸਟ ਤੇ ਅੱਗੇ ਵਧਦੇ ਹੁਣ। ਨੈਕਸਟ ਹੈਗਾ ਐਗਰੀਕਲਚਰ ਐਕਸਪੋਰਟ ਪੋਲਿਸੀ ਕਦੋਂ ਲਾਂਚ ਕੀਤੀ ਗਈ ਸੀ ਤੇ ਹੈ ਕੀ ਸੀਗੀ? ਐਗਰੀਕਲਚਰ ਐਕਸਪੋਰਟ ਪੋਲਿਸੀ ਵਾਜ਼ ਅਪਰੂਵਡ ਬਾਈ ਦਾ ਯੂਨੀਅਨ ਕੈਬਨਿਟ ਇਨ 2018। ਜਿਹੜੀ ਐਗਰੀਕਲਚਰ ਐਕਸਪੋਰਟ ਪੋਲਿਸੀ ਸੀਗੀ 2018 ਦੇ ਵਿੱਚ ਪਾਸ ਕੀਤੀ ਗਈ ਸੀਗੀ ਤੇ ਸਟੇਟਸ ਨੂੰ ਕਿਹਾ ਸੀ ਕਿ ਵੀ ਤੁਹਾਡੇ ਜਿਹੜੇ ਪਲਾਨਸ ਹੈ ਆਪਦੇ ਸੈਪਰੇਟ ਪਲਾਨਸ ਹੈ ਉਹ ਸਾਨੂੰ ਜਾ ਕੇ ਦਿਓ। ਪਰ ਹੁਣ ਜਿਹੜੀਆਂ ਆਪਣੀ ਸਟੇਟਸ ਨੇ ਉਹ ਸਾਰਿਆਂ ਨੇ ਪਲਾਨ ਫਾਈਨਲਾਈਜ਼ ਕਰਕੇ ਦਿੱਤੇ ਹੈ। 8 ਸਟੇਟ ਨੇ ਫਾਈਨਲਾਈਜ਼ ਕਰਕੇ ਦਿੱਤੇ, ਉਹਨਾਂ ਵਿੱਚੋਂ ਪੰਜਾਬ ਵੀ ਹੈ। ਪੰਜਾਬ ਨੇ ਕਿਹੜਾ ਕਲਸਟਰ ਚੂਜ਼ ਕੀਤਾ? ਜਲੰਧਰ ਨੂੰ ਚੂਜ਼ ਕੀਤਾ ਪੋਟੈਟੋ ਲਈ। ਸੋ ਆਪਾਂ ਨੈਕਸਟ ਪੜ੍ਹਦੇ ਹਾਂ। ਦਿਸ ਪੋਲਿਸੀ ਆਲਸੋ ਹੈਲਪ ਦ ਗਵਰਨਮੈਂਟ ਇਨ ਅਚੀਵਿੰਗ ਦ ਟਾਰਗੇਟ ਆਫ ਡਬਲਿੰਗ ਦ ਫਾਰਮਰ ਇਨਕਮ ਫਰੋਮ ਦ $13 billion to $60 billion ਬਾਈ ਦਾ 2022। ਕਈ ਵਾਰੀ ਪੁੱਛ ਵੀ ਲਿਆ ਜਾਂਦਾ ਹੈ ਵੀ ਜਿਹੜੀ ਫਾਰਮਰ ਦੀ ਡਬਲਿੰਗ ਇਨਕਮ ਹੈ ਕਦੋਂ ਤੱਕ ਹੋਣੀ ਚਾਹੀਦੀ ਹੈ? 2022 ਤੱਕ ਹੋਣੀ ਚਾਹੀਦੀ ਹੈ, ਜਿਹੜੀ ਗੌਰਮੈਂਟ ਦਾ ਟਾਰਗੇਟ ਹੈ। ਹੁਣੇ ਲੇਟੈਸਟ UPPCS ਆਇਆ ਸੀਗਾ, ਉਹਦੇ ਵਿੱਚ ਇਹੀ ਕੁਐਸਚਨ ਪੁੱਛਿਆ ਗਿਆ ਸੀਗਾ ਵੀ ਜਿਹੜੀ ਫਾਰਮਰ ਦੀ ਇਨਕਮ ਡਬਲ ਕਰਨ ਦਾ ਟਾਰਗੇਟ ਹੈ ਕਦੋਂ ਦਾ ਹੈ? ਤਾਂ ਉਹਦਾ ਆਨਸਰ ਆ ਜਾਣਾ ਸੀ 2022 ਤੱਕ ਦਾ ਡਬਲਿੰਗ ਕਰਨ ਦਾ ਇਨਕਮ ਦਾ ਟਾਰਗੇਟ ਹੈਗਾ। ਕਿੰਨੇ ਤੋਂ ਕਿੰਨੇ? 30 ਬਿਲੀਅਨ ਤੋਂ 60 ਬਿਲੀਅਨ ਟਾਰਗੇਟ ਦਾ ਟਾਰਗੇਟ ਹੈਗਾ। 30 ਬਿਲੀਅਨ US$ ਤੋਂ 60 ਬਿਲੀਅਨ US$ ਦਾ ਟਾਰਗੇਟ ਹੈਗਾ। ਸੋ ਆਪਾਂ ਨੈਕਸਟ ਪੜ੍ਹਦੇ ਹਾਂ ਹੁਣ। ਨੈਕਸਟ ਹੈਗਾ ਚੰਡੀਗੜ੍ਹ ਰੇਲਵੇ ਸਟੇਸ਼ਨ ਇਜ਼ ਦ 5th ਇਨ ਦ ਕੰਟਰੀ ਐਂਡ ਦ ਫਸਟ ਇਨ ਦ ਨਾਰਥ ਇੰਡੀਆ ਟੂ ਇਨੈਗੋਰੇਟ ਨੈਵੀਗੇਸ਼ਨ ਫੈਸਿਲਿਟੀ ਫॉर ਦ ਵਿਜ਼ੂਅਲੀ ਇੰਪੇਅਰਡ। ਚੰਡੀਗੜ੍ਹ ਆਪਣਾ ਜਿਹੜਾ ਸਟੇਸ਼ਨ ਹੈਗਾ ਚੰਡੀਗੜ੍ਹ ਸਟੇਸ਼ਨ, ਉਹਦੇ 'ਤੇ ਨੈਵੀਗੇਟ ਕਰਨ ਦੀਆਂ ਫੈਸਿਲਿਟੀ ਲਾਈਆਂ ਜਿਹੜੇ ਵਿਜ਼ੂਅਲੀ ਇੰਪੇਅਰਡ ਹੈਗੇ ਆ। ਇਹ ਵੈਸੇ ਓਵਰਆਲ ਇੰਡੀਆ ਦਾ 5th ਸਟੇਸ਼ਨ ਹੈ, ਪਰ ਜਿਹੜਾ ਆਪਣੇ ਪੰਜਾਬ ਦਾ ਪਹਿਲਾ ਸਟੇਸ਼ਨ ਹੈਗਾ। ਚੰਡੀਗੜ੍ਹ ਰੇਲਵੇ ਸਟੇਸ਼ਨ ਇਜ਼ ਦ 5th ਇਨ ਦ ਕੰਟਰੀ ਐਂਡ ਦ ਫਸਟ ਇਨ ਦ ਨਾਰਥ ਇੰਡੀਆ। ਫਸਟ ਜਿਹੜਾ ਹੈਗਾ ਨਾਰਥ ਇੰਡੀਆ ਦਾ ਸਟੇਸ਼ਨ ਹੈ ਜਿਹਨੇ ਇਹ ਵਾਲੀ ਫੈਸਿਲਿਟੀ ਲਾਂਚ ਕੀਤੀ ਹੈ। ਇਹ ਫੈਸਿਲਿਟੀ ਦੇ ਵਿੱਚ ਹੁੰਦਾ ਕੀ ਆਪਾਂ ਪੜ੍ਹਦੇ ਹਾਂ ਆਪਾਂ ਡਿਟੇਲ ਦੇ ਵਿੱਚ। ਇਟ ਵਾਜ਼ ਡਿਵੈਲਪ ਬਾਈ ਦਾ Indian Railway Station Development Corporation and the Make My Trip Foundation through the ਅਨੁਪ੍ਰਯਾਸ ਇੱਕ ਸੀਗਾ ਜਿਹਦੇ ਦੁਆਰਾ ਇਹ ਬਣਾਈ ਗਈ ਹੈ। ਇਹਦੇ ਵਿੱਚ ਕਿੰਨੇ ਪਾਰਟ ਲਿਆ? ਰੇਲਵੇ ਸਟੇਸ਼ਨ ਡਿਵੈਲਪਮੈਂਟ ਕਾਰਪੋਰੇਸ਼ਨ ਤੇ ਮੇਕ ਮਾਈ ਟ੍ਰਿਪ ਫਾਊਂਡੇਸ਼ਨ ਨੇ। ਬਰੇਲੀ ਟੈਕਟੀਕਲ ਮੈਪਸ, ਜਿਹੜੇ ਬਰੇਲੀ ਟੈਕਟੀਕਲ ਮੈਪਸ ਦਿੱਤੇ ਹੋਣਗੇ ਸਟੇਸ਼ਨ ਦੇ ਵੀ ਤੁਸੀਂ ਕਿਵੇਂ ਬਾਹਰ ਜਾ ਸਕਦੇ ਹੋ। ਜਿਹੜੇ ਬਲਾਈਂਡ ਹੈ ਉਹਨਾਂ ਲਈ ਬਰੇਲੀ ਟੈਕਟੀਕਲ ਮੈਪ ਲਾਏ ਜਾਣਗੇ ਪੂਰੇ ਸਟੇਸ਼ਨ ਦੇ ਉੱਤੇ। ਸਾਈਨਸ ਲਾਏ ਜਾਣਗੇ, ਜਿਹੜੇ ਸਾਈਨ ਹੁੰਦੇ ਆ ਇਹਨਾਂ ਦੇ ਜਿਹੜੇ ਪੜ੍ਹਨ ਵਾਲੇ ਸਾਈਨ ਹੁੰਦੇ ਆ ਬਰੇਲੀ ਵਾਲੇ ਸਾਈਨ ਲਾਏ ਜਾਣਗੇ। ਦਿਸ ਹੈਲਪ ਵਿਜ਼ੂਅਲੀ ਇੰਪੇਅਰਡ ਪੈਸੇਂਜਰ ਟੂ ਫਾਈਂਡ ਦੇਅਰ ਨੀਡਸ। ਸੋ ਇਹੀ ਸੀਗਾ। ਵੈਸੇ ਓਵਰਆਲ ਇੰਡੀਆ ਦੇ ਵਿੱਚ ਵੇਖਿਆ ਜਾਵੇ ਤਾਂ ਮੈਸੂਰੂ ਨੇ ਸਟਾਰਟ ਕੀਤਾ ਸੀ, ਜਿਹੜਾ ਫਸਟ ਸਟੇਸ਼ਨ ਸੀਗਾ ਉਹ ਮੈਸੂਰ ਸੀਗਾ ਜਿਹਨੇ ਇਹ ਵਾਲੀ ਫੈਸਿਲਿਟੀ ਲਾਂਚ ਕੀਤੀ ਸੀਗੀ। ਜਿਹੜਾ 5th ਸਟੇਸ਼ਨ ਹੈਗਾ ਉਹ ਚੰਡੀਗੜ੍ਹ ਹੈਗਾ। ਨਾਰਥ ਇੰਡੀਆ ਦੇ ਵਿੱਚ ਪਹਿਲਾ ਸਟੇਸ਼ਨ ਹੈ ਜਿਹਨੇ ਇਹ ਵਾਲੀ ਫੈਸਿਲਿਟੀ ਨੂੰ ਲਾਂਚ ਕੀਤਾ। ਆਪਾਂ ਪੜ੍ਹ ਵੀ ਸਕਦੇ ਹਾਂ ਇਨ ਚੰਡੀਗੜ੍ਹ ਰੇਲਵੇ ਸਟੇਸ਼ਨ। ਸੋ ਮੈਸੂਰੂ ਰੇਲਵੇ ਸਟੇਸ਼ਨ ਇਨ ਕਰਨਾਟਕਾ ਵਾਜ਼ ਦ ਫਸਟ ਇੰਡੀਆਜ਼ ਫਸਟ ਵਿਜ਼ੂਅਲੀ ਇੰਪੇਅਰਡ friendly railway station inaugurated
इन नवंबर 2015। ਜਿਹੜਾ ਮਸੂਰੂ ਰੇਲਵੇ ਸਟੇਸ਼ਨ ਸੀਗਾ ਉਹ ਪਹਿਲਾ ਰੇਲਵੇ ਸਟੇਸ਼ਨ ਸੀਗਾ ਜਿਨੇ ਫੈਸਿਲਿਟੀ ਨੂੰ ਲਾਂਚ ਕੀਤਾ। ਵੈਸੇ ਚੰਡੀਗੜ੍ਹ 5th ਹੈਗਾ, ਓਵਰਆਲ ਨਾਰਥ ਇੰਡੀਆ ਦੇ ਵਿੱਚ ਚੰਡੀਗੜ੍ਹ ਫਸਟ ਹੈਗਾ। ਸੋ ਹੋਪਫੁਲੀ ਇਹ ਪੂਰਾ ਕੰਸੈਪਟ ਤੁਹਾਨੂੰ ਸਮਝ ਆ ਗਿਆ ਹੋਊਗਾ। ਆਪਾਂ ਨੈਕਸਟ ਪੜ੍ਹਦੇ ਹਾਂ। ਨੈਕਸਟ ਹੈਗਾ ऑनलाइन ਲੋਟਰੀ ਸਕੀਮ ਸੇਲਸ ਬੈਨਡ ਬਾय ਦ ਗਵਰਨਮੈਂਟ ਪੰਜਾਬ ਟੂ ਚੈੱਕ ਇਲੀਗਲ ਸੇਲਸ। ਜਿਹੜੀ ऑनलाइन ਸੇਲਸ ਹੈ ਲੋਟਰੀ ਦੀ ਉਹ ਪੰਜਾਬ ਗਵਰਨਮੈਂਟ ਨੇ ਬੈਨ ਕਰਤੀ। ਆਪਾਂ ਥੋੜਾ ਜਿਹਾ ਇਹਦੇ ਬਾਰੇ ਪੜ੍ਹ ਵੀ ਲੈਂਦੇ ਹਾਂ। The Punjab Cabinet gave its approval to prohibition of the sale of the computerized and online lotteries and online scheme tickets promoted through the internet by any state in India or by the foreign country। ऑनलाइन ਜਿਹੜੀ ਸੇਲ ਹੁੰਦੀ ਹੈ ਟਿਕਟਸ ਦੀ ਲੋਟਰੀ ਦੀ ਉਹ ਸਾਰਿਆਂ ਨੇ ਪੰਜਾਬ ਗਵਰਨਮੈਂਟ ਨੇ ਬੰਦ ਕਰਤੀ ਹੈ। ਚਾਹੇ ਉਹ ਕਿਸੇ ਵੀ ਸਟੇਟ ਦੀ ਲੋਟਰੀ ਹੋਵੇ, ਚਾਹੇ ਫੋਰਨ ਸਟੇਟ ਦੀ ਲੋਟਰੀ ਹੋਵੇ, ਤਾਂ ਪੰਜਾਬ ਸਟੇਟ ਦੇ ਵਿੱਚ ऑनलाइन ਲੋਟਰੀ ਬੈਨ ਕਰਤੀ ਹੈ। ਸੋ ਸਿਰਫ ਪੰਜਾਬ ਗਵਰਨਮੈਂਟ ਦੀ ਲੋਟਰੀ ਨਹੀਂ ਬੰਦ ਕੀਤੀ ਹੈ, ਜਿਹੜੀਆਂ ਬਾਹਰੋਂ ਵੀ ਲੋਟਰੀਆਂ ਆਪਾਂ ਖਰੀਦਦੇ ਹਾਂ ऑनलाइन ਸੇਲ ਹੁੰਦੀ ਹੈ ਪੰਜਾਬ ਦੇ ਵਿੱਚ ਉਹ ਬੰਦ ਕਰ ਦਿੱਤੀ ਗਈ ਹੈ। ਸੋ ਆਪਾਂ ਨੈਕਸਟ ਪੜ੍ਹਦੇ ਹਾਂ ਕਰੰਟ ਅਫੇਅਰ। ਨੈਕਸਟ ਹੈਗੀ ਐਪਰੀਸ਼ੀਏਟ ਐਂਡ ਕਮੈਂਟ ਸਕੀਮ। ਐਪਰੀਸ਼ੀਏਸ਼ਨ ਐਂਡ ਕਮੈਂਟ ਸਕੀਮ ਕਿਹੜੀ ਸਟੇਟ ਨੇ ਲਾਂਚ ਕੀਤੀ ਹੈ? ਪੰਜਾਬ ਸਟੇਟ ਨੇ ਲਾਂਚ ਕੀਤੀ। ਆਪਾਂ ਪੜ੍ਹਦੇ ਹਾਂ ਇਹਦੇ ਬਾਰੇ ਡਿਟੇਲ ਦੇ ਵਿੱਚ। ਪੰਜਾਬ DGP ਡਾਇਰੈਕਟਰ ਜਨਰਲ ਆਫ ਪੁਲਿਸ ਲਾਂਚ ਦ ਐਪਰੀਸ਼ੀਏਟ ਐਂਡ ਕਮੈਂਟ ਸਕੀਮ ਇਨ ਫਿਲੌਰ ਪੰਜਾਬ ਇਨ order to boost the confidence of police officer who work extraordinarily and the best cop will be awarded every month। ਹੁਣ ਤੁਸੀਂ ਪੜ੍ਹ ਵੀ ਸਕਦੇ ਹੋ ਇਹਦੇ ਵਿੱਚ ਵੀ ਜਿਹੜੀ ਪੰਜਾਬ ਗਵਰਨਮੈਂਟ ਜਾਂ ਕਹਿ ਸਕਦੇ ਸੌਰੀ ਪੰਜਾਬ ਪੁਲਿਸ ਨੇ ਇਸ ਸਕੀਮ ਨੂੰ ਲਾਂਚ ਕੀਤਾ ਪੰਜਾਬ ਦੇ DGP ਨੇ ਕਿ ਜਿਹੜੇ ਕੌਪਸ ਹੈ ਜਾਂ ਕਹਿ ਸਕਦੇ ਹਾਂ ਵੀ ਜਿਹੜੇ ਆਪਣੇ ਪੁਲਿਸ ਮੈਨ ਹੈ, ਪੁਲਿਸ ਆਫਿਸਰਸ ਹੈ ਜਾਂ ਮਤਲਬ ਲੋਅਰ ਰੈਂਕ ਦੇ ਆਫਿਸਰ ਹੈ ਜਾਂ ਪੁਲਿਸ ਆਫਿਸਰ ਹੈ ਵੀ ਉਹਨਾਂ ਨੂੰ ਇਨਕਰੇਜ ਕਰਨ ਵਾਸਤੇ ਸਕੀਮ ਲਾਂਚ ਕੀਤੀ ਗਈ ਹੈ ਪੰਜਾਬ ਪੁਲਿਸ ਦੁਆਰਾ, ਜਿਹਦੇ ਵਿੱਚ ਕੋਪਸ ਨੂੰ ਅਵਾਰਡ ਕੀਤਾ ਜਾਊਗਾ ਹਰ ਮਹੀਨੇ ਉਹਨਾਂ ਦੇ ਐਕਸਟਰਾਆਰਡੀਨਰੀ ਕੰਮਾਂ ਵਾਸਤੇ। ਸੋ ਇਹੀ ਸਕੀਮ ਹੈਗੀ ਓਵਰਆਲ। ਬਾਕੀ ਤੁਸੀਂ ਇਹਨੂੰ ਡਿਟੇਲ ਦੇ ਵਿੱਚ ਪੜ੍ਹ ਵੀ ਸਕਦੇ ਹੋ। ਅਬਾਊਟ ਐਪਰੀਸ਼ੀਏਟ ਐਂਡ ਦ ਕਮੈਂਟ ਸਕੀਮ ਦੇ ਵਿੱਚ ਇੱਕ ਕਮੇਟੀ ਫਾਰਮ ਕੀਤੀ ਜਾਊਗੀ ਜਿਹਦੇ ਦੁਆਰਾ ਇੱਕ ਪੁਲਿਸ ਜਿਹੜੇ ਪੁਲਿਸ ਆਫਿਸਰ ਹੈ ਜਾਂ ਕਹਿ ਸਕਦੇ ਪੁਲਿਸ ਕਰਮਚਾਰੀ ਨੂੰ ਚੂਜ਼ ਕੀਤਾ ਜਾਊਗਾ ਉਹਦੇ ਕੰਮਾਂ ਲਈ, ਕਿਉਂਕਿ ਉਹਨੂੰ ਇਨਕਰੇਜਮੈਂਟ ਮਿਲਦੀ ਹੈ ਜਿਵੇਂ ਜਿਵੇਂ ਆਪਾਂ ਉਹਨਾਂ ਦੇ ਕੰਮਾਂ ਨੂੰ ਇਨਕਰੇਜ ਕਰਦੇ ਹਾਂ। ਸੋ ਇਹੀ ਸਕੀਮ ਹੈ ਐਪਰੀਸ਼ੀਏਟ ਐਂਡ ਕਮੈਂਟ ਸਕੀਮ। ਆਪਣੇ ਕੋਲੋਂ ਐਗਜ਼ਾਮ ਦੇ ਵਿੱਚ ਇੰਨਾ ਹੀ ਪੁੱਛਿਆ ਜਾਊਗਾ ਵੀ ਕਿਹਦੇ ਨਾਲ ਰਿਲੇਟਡ ਹੈ, ਪੁਲਿਸ ਦੇ ਨਾਲ ਰਿਲੇਟਡ ਹੈ ਜਾਂ ਕੋਈ ਹੋਰ ਕੋਈ ਮਿਸ਼ਨ ਦੇ ਨਾਲ ਰਿਲੇਟਡ ਹੈ, ਤਾਂ ਇਹ ਪੁਲਿਸ ਦੇ ਨਾਲ ਰਿਲੇਟਡ ਹੈ ਵੀ ਜਿਹੜੇ ਆਪਣੇ ਪੁਲਿਸ ਕਰਮਚਾਰੀ ਉਹਨਾਂ ਨੂੰ ਇਨਕਰੇਜ ਕਰਨ ਵਾਸਤੇ ਸਕੀਮ ਪੰਜਾਬ ਪੁਲਿਸ ਨੇ ਸ਼ੁਰੂ ਕੀਤੀ ਹੈ। ਸੋ ਆਪਾਂ ਪੜ੍ਹ ਵੀ ਸਕਦੇ ਹਾਂ ਇਹਨੂੰ। ਜਿਵੇਂ ਮੈਂ ਤੁਹਾਨੂੰ ਦੱਸ ਵੀ ਚੁੱਕਿਆ ਵੀ ਇੱਕ ਕਮੇਟੀ ਫਾਰਮ ਕੀਤੀ ਜਾਊਗੀ ਪੁਲਿਸ ਵਾਲਿਆਂ ਦੀ, ਜਿਹਦੇ ਦੁਆਰਾ ਇੱਕ ਪੁਲਿਸ ਕਰਮਚਾਰੀ ਨੂੰ ਚੂਜ਼ ਕੀਤਾ ਜਾਊਗਾ ਜਿਹਨੂੰ ਹਰ ਮਹੀਨੇ ਇਨਕਰੇਜਮੈਂਟ ਦਾ ਅਵਾਰਡ ਮਿਲੂਗਾ ਜਾਂ ਕਹਿ ਸਕਦੇ ਐਕਸਟਰਾਆਰਡੀਨਰੀ ਕੰਮ ਦਾ ਅਵਾਰਡ ਮਿਲੂਗਾ। ਸੋ ਇਹੀ ਸੀ ਸਾਰੀ ਸਕੀਮ। ਆਪਾਂ ਅੱਗੇ ਪੜ੍ਹਦੇ ਹਾਂ ਹੁਣ। ਨੈਕਸਟ ਹੈਗਾ ਕੀ ਫੀਚਰਸ ਆਫ ਦਾ 2020-21 ਪੰਜਾਬ ਬਜਟ। ਪੰਜਾਬ ਬਜਟ ਆਪਣੇ ਐਗਜ਼ਾਮ ਦੇ ਲਈ ਬਹੁਤ ਹੀ ਰੈਲੇਵੈਂਟ ਹੈ। ਚਾਹੇ ਕੋਈ ਵੀ ਪੰਜਾਬ ਦਾ ਐਗਜ਼ਾਮ ਲੈ ਲਓ ਤੁਹਾਨੂੰ ਕੋਈ ਨਾ ਕੋਈ ਕੁਐਸਚਨ ਵੇਖਣ ਨੂੰ ਮਿਲ ਹੀ ਜਾਊਗਾ। ਸੋ ਆਪਾਂ ਪੜ੍ਹਦੇ ਹਾਂ ਪੰਜਾਬ ਬਜਟ ਬਾਰੇ। ਆਪਾਂ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਪੰਜਾਬ ਦਾ ਬਜਟ ਆ ਉਹਨੂੰ ਪ੍ਰਿਸਾਈਜ਼ ਅਤੇ ਡਿਟੇਲ ਵੀ ਇਹਦੇ ਵਿੱਚ ਪੇਸ਼ ਕੀਤਾ ਜਾਵੇ ਤੁਹਾਡੇ ਸਾਹਮਣੇ। ਆਪਾਂ ਪੜ੍ਹ ਵੀ ਲੈਂਦੇ ਹਾਂ। ਪੰਜਾਬ ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਪ੍ਰੈਜ਼ੈਂਟਡ ਦਾ ਪੰਜਾਬ ਗੌਰਮੈਂਟ ਰੁਪੀਜ਼ 1805 ਕਰੋੜ ਦਾ ਬਜਟ ਫॉर ਫਾਈਨੈਂਸ਼ੀਅਲ ਈਅਰ 2020-2021 ਇਨ ਸਟੇਟ ਅਸੈਂਬਲੀ। ਕਿੰਨੇ ਦਾ ਬਜਟ ਇਸ਼ੂ ਕੀਤਾ ਜਾਂ ਕਹਿ ਸਕਦੇ ਹਾਂ ਪੇਸ਼ ਕੀਤਾ 2020-21 ਦੇ ਸੈਸ਼ਨ ਦੇ ਵਿੱਚ, ਤਾਂ ਉਹ ਪੇਸ਼ ਕੀਤਾ 1805 ਕਰੋੜ ਰੁਪਏ ਦਾ ਬਜਟ ਇਸ਼ੂ ਕੀਤਾ। ਸੋ ਆਪਾਂ ਨੈਕਸਟ ਪੜ੍ਹਦੇ ਹਾਂ ਬਜਟ ਪ੍ਰਪੋਜ਼। ਜਿਹੜੀ ਆਪਣੀ ਰੈਵਨਿਊ ਰਿਸਿਪਟਸ ਆ ਉਹ ਕਿੰਨੀਆਂ ਹੋਣੀਆਂ ਚਾਹੀਦੀਆਂ? 88,004 ਕਰੋੜ। ਇਹ ਸਾਰੇ ਕਰੋੜ ਦੇ ਵਿੱਚ ਅਮਾਊਂਟ ਹੈਗੀ 88,004 ਕਰੋੜ ਦੇ ਵਿੱਚ। ਜਿਹੜਾ ਆਪਣਾ ਰੈਵਨਿਊ ਐਕਸਪੈਂਡੀਚਰ ਹੈ ਉਹ ਕਿੰਨਾ ਹੋਣਾ ਚਾਹੀਦਾ? 95,716 ਕਰੋੜ ਹੋਣਾ ਚਾਹੀਦਾ। ਜਿਹੜਾ ਆਪਣਾ ਰੈਵਨਿਊ ਡੈਫਿਸਿਟ ਹੈ ਉਹ ਕਿੰਨਾ ਹੋਣਾ ਚਾਹੀਦਾ? 7,712 ਕਰੋੜ। ਜਿਹੜਾ ਫਿਸਕਲ ਡੈਫਿਸਿਟ ਉਹ ਕਿੰਨਾ ਹੋਣਾ ਚਾਹੀਦਾ? 18,828 ਕਰੋੜ ਹੋਣਾ ਚਾਹੀਦਾ। ਇਹ ਜਿਹੜੀਆਂ ਡਾਟਾ ਐਂਡ ਫਿਗਰਸ ਹੈ ਆਪਣੇ ਪੰਜਾਬ ਦੇ ਐਗਜ਼ਾਮ ਪੁਆਇੰਟ ਆਫ ਵੀ ਤੋਂ ਬਹੁਤ ਹੀ ਰੈਲੇਵੈਂਟ ਹੈ। ਚਾਹੇ PCS ਦਾ ਐਗਜ਼ਾਮ ਹੈ ਚਾਹੇ ਕੋਈ ਹੋਰ ਵੀ ਐਗਜ਼ਾਮ ਲੈ ਲਓ। ਸੋ ਬਹੁਤ ਹੀ ਰੈਲੇਵੈਂਟ ਸੀਗਾ ਡਾਟਾ। ਸੋ ਆਪਾਂ ਨੈਕਸਟ ਪੜ੍ਹ ਲੈਂਦੇ ਹਾਂ ਹੁਣ ਕੀ ਹੈ। ਨੈਕਸਟ ਹੈਗਾ ਬਜਟ ਈਅਰਮਾਰਕ 100 ਕਰੋੜ ਫॉर द ਗਿਵਿੰਗ 10 ਲੱਖ ਫ੍ਰੀ ਸਮਾਰਟਫੋਨ ਟੂ ਦ ਯੂਥ। 100 ਕਰੋੜ ਰੁਪਏ ਦਾ ਜਿਹੜਾ ਬਜਟ ਹੈਗਾ ਆਪਣੇ ਯੂਥ ਨੂੰ 10 ਕਰੋੜ ਜਿਹੜੇ 10 ਲੱਖ ਫ੍ਰੀ ਸਮਾਰਟਫੋਨ ਦੇਣ ਦੀ ਗੱਲ ਕੀਤੀ ਗਈ ਹੈ ਬਜਟ ਦੇ ਵਿੱਚ ਆਪਣੇ। ਸੋ ਆਪਣਾ ਨੈਕਸਟ ਹੈਗਾ ਰਿਟਾਇਰਮੈਂਟ ਏਜ ਆਫ ਦ ਸਟੇਟ ਗੌਰਮੈਂਟ ਇੰਪਲੋਈਜ਼ ਹੈਜ਼ ਬੀਨ ਰਿਡਿਊਸਡ ਫਰੋਮ ਦ 60 to 58। ਜਿਹੜੀ ਆਪਣੀ ਰਿਟਾਇਰਮੈਂਟ ਏਜ ਸੀਗੀ ਸਟੇਟ ਗੌਰਮੈਂਟ ਦੇ ਇੰਪਲੋਈਜ਼ ਦੀ ਉਹ 60 ਤੋਂ 58 ਸਾਲ 'ਤੇ ਕਰ ਦਿੱਤੀ ਗਈ ਹੈ। ਦੋਜ਼ ਹੂ ਹੈਵ ਟਰਨਡ 59 ਵਿਲ ਰਿਟਾਇਰ ਔਨ 31 ਮਾਰਚ ਦਿਸ ਈਅਰ ਐਂਡ ਦੋਜ਼ ਹੂ ਆਰ 58 ਵਿਲ ਰਿਟਾਇਰ ਫਰੋਮ ਦ ਮਾਰਚ 30। ਇਸ ਗੱਲ ਤੁਹਾਨੂੰ ਸਮਝ ਆ ਗਈ ਹੋਊਗੀ ਵੀ ਜਿਹੜੇ 59 ਸਾਲ ਦੇ ਹੋ ਗਏ ਜਾਂ ਕਹਿ ਸਕਦੇ ਹਾਂ 59 ਈਅਰਸ ਦੇ ਹੋ ਗਏ ਆ 31 ਮਾਰਚ ਨੂੰ ਰਿਟਾਇਰ ਕਰ ਦਿੱਤੇ ਜਾਣਗੇ। ਜਿਹੜੇ 58 ਦੇ ਹੋ ਗਏ ਆ ਉਹ 30 ਸਤੰਬਰ ਤੋਂ ਰਿਟਾਇਰ ਹੋ ਜਾਣਗੇ। ਨੈਕਸਟ ਪੁਆਇੰਟ ਹੈਗਾ ਪੰਜਾਬ ਸਟੇਟ ਗੌਰਮੈਂਟ ਇੰਪਲੋਈਜ਼ 6% DNS allowances were announced along with the implementation of the 6th pay commission recommendation 2020-2021।
ਜਿਹੜੇ ਆਪਣਾ ਡੀਏ ਹੈਗਾ ਉਹ 6% ਕਰਤਾ ਤੇ ਜਿਹੜੀ 6th ਪੇ ਕਮਿਸ਼ਨ ਦੀਆਂ ਰეკਮੈਂਡੇਸ਼ਨ ਹੈ ਉਹ ਵੀ ਇੰਪਲੀਮੈਂਟ ਹੋਣਗੀਆਂ 2020 ਤੋਂ 21 ਦੇ ਵਿੱਚ। ਸੋ ਬਹੁਤ ਹੀ ਇੰਪੋਰਟੈਂਟ ਗੱਲਾਂ ਦਸੀਆਂ। ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਸੀਗੀ ਵੀ ਜਿਹੜੀ ਆਪਣੀ ਰਿਟਾਇਰਮੈਂਟ ਏਜ ਹੈ 60 ਤੋਂ ਲੈ ਕੇ 58 ਕਰ ਦਿੱਤੀ ਗਈ ਹੈ। ਜਿਹੜੇ ਡੀਆਰਐਸ ਅਲਾउंसेस ਹੈ 6% ਕਰ ਦਿੱਤੇ ਗਏ ਆ। ਜਿਹੜੀ 6th ਪੇ ਕਮਿਸ਼ਨ ਹੈ ਉਹ ਲਾਗੂ ਕਰ ਦਿੱਤਾ ਜਾਊਗਾ 2020 ਤੇ 21 ਦੇ ਸੈਸ਼ਨ ਤੋਂ। ਸੋ ਬਹੁਤ ਹੀ ਇੰਪੋਰਟੈਂਟ ਗੱਲਾਂ ਦਸੀਆਂ, ਚੂਜ਼ ਕਰਕੇ ਤੁਹਾਨੂੰ ਗੱਲਾਂ ਦੱਸ ਰਹੇ ਹਾਂ। 100 ਕਰੋੜ ਰੁਪਏ ਲਾਂਚ ਦਿੱਤਾ ਗਿਆ ਜਾਂ ਕਹਿ ਸਕਦੇ ਹਾਂ ਐਲੋਕੇਟ ਕੀਤਾ ਗਿਆ 10 ਲੱਖ ਫ੍ਰੀ ਸਮਾਰਟਫੋਨ ਦੇ ਲਈ। ਸੋ ਨੈਕਸਟ ਹੈਗੀ ਹੈ ਬਜਟ ਦੀ ਪ੍ਰੋਵੀਜ਼ਨ ਫॉर द एजुकेशन सेक्टर इज सम ऑफ रुपीज़ 13,092 करोड़ एलोकेटेड विद द प्रपोजल ऑफ फ्री एजुकेशन फॉर ऑल स्टूडेंट इन द गवर्नमेंट स्कूल अप टू द क्लास 12th। ਹੁਣ 12th ਤੱਕ ਐਜੂਕੇਸ਼ਨ ਆਪਣੇ ਫ੍ਰੀ ਨਹੀਂ ਹੈਗੀ। ਆਪਣੀ ਹੁਣ ਜਿਹੜੀ ਐਜੂਕੇਸ਼ਨ ਹੈਗੀ ਹੈ ਉਹ 8th ਕਲਾਸ ਤੱਕ ਫ੍ਰੀ ਹੈਗੀ ਹੈ। ਜਿਹੜੀ ਕੁੜੀਆਂ ਦੀ ਐਜੂਕੇਸ਼ਨ ਹੈ 12ਵੀਂ ਤੱਕ ਵੀ ਫ੍ਰੀ ਹੈਗੀ ਹੈ। ਹੁਣ ਸਾਰਿਆਂ ਦੀ ਐਜੂਕੇਸ਼ਨ ਫ੍ਰੀ ਕਰਨ ਲਈ ਇੱਕ ਪ੍ਰਪੋਜ਼ਲ ਦਿੱਤਾ ਗਿਆ ਜਿਹਦੇ ਲਈ ਐਲੋਕੇਟ ਕੀਤੇ ਗਏ ਹੈ 13,092 ਕਰੋੜ ਰੁਪਇਆ। ਕੱਲ੍ਹ ਨੂੰ ਆਪਾਂ ਨੂੰ ਇਹ ਪੁੱਛਿਆ ਜਾ ਸਕਦਾ ਵੀ 12ਵੀਂ ਦੀ ਵੀ ਐਜੂਕੇਸ਼ਨ ਫ੍ਰੀ ਤੱਕ ਹੈਗੀ ਹੈ ਤਾਂ ਆਪਣਾ ਆਨਸਰ ਉਹ ਗਲਤ ਹੋ ਜਾਊਗਾ। ਸਿਰਫ ਆਪਣੀ 8ਵੀਂ ਤੱਕ ਦੀ ਜਿਹੜੀ ਐਜੂਕੇਸ਼ਨ ਹੈ ਉਹ ਫ੍ਰੀ ਹੈਗੀ ਹੈ। ਉਸ ਤੋਂ ਬਾਅਦ ਦੀ ਜਿਹੜੀ ਐਜੂਕੇਸ਼ਨ ਹੈ ਉਹਦੇ ਲਈ ਚਾਰਜ ਕੀਤਾ ਜਾਂਦਾ ਹੈ। ਸੋ ਜਿਹੜੀ ਗਰਲਸ ਦੀ ਐਜੂਕੇਸ਼ਨ ਹੈਗੀ ਹੈ ਉਹ 12ਵੀਂ ਤੱਕ ਫੀ ਫ੍ਰੀ ਹੈਗੀ ਹੈ। ਹੁਣ ਸਾਰਿਆਂ ਦੀ ਐਜੂਕੇਸ਼ਨ 12ਵੀਂ ਤੱਕ ਫ੍ਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਹਜੇ ਤੱਕ ਕੁਛ ਬਜਟ ਵਿੱਚ ਪ੍ਰਪੋਜ਼ਲ ਆਇਆ, ਕੋਈ ਹਜੇ ਪੱਕਾ ਨਹੀਂ ਹੋਇਆ ਇਸ ਗੱਲ ਨੂੰ। ਸੈਕਿੰਡ ਪੁਆਇੰਟ ਹੈਗਾ 4675 ਕਰੋੜ ਰੁਪਇਆ ਫॉर द ਹੈਲਥ ਸੈਕਟਰ ਲਈ ਐਲੋਕੇਟ ਕੀਤਾ ਗਿਆ 4675 ਕਰੋੜ ਰੁਪਇਆ। fee levied on the sale and the purchase of the agriculture produce on the fruits and vegetables ਮੰਡੀ fee will be reduced to 4 to 1%। ਜਿਹੜੀ ਮੰਡੀ ਫੀ ਹੈਗੀ ਹੈ ਉਹ ਬਜਟ ਦੇ ਵਿੱਚ ਅਨਾਉਂਸ ਕੀਤਾ ਗਿਆ 4 ਤੋਂ 1% ਹੋ ਜਾਊਗੀ। ਸੋ ਸਟੇਟ ਗਵਰਨਮੈਂਟ ਪ੍ਰਪੋਜ਼ਸ ਟੂ ਸੈਟ ਅਪ 2 ਐਗਰੀਕਲਚਰ ਕਾਲਜਸ ਐਟ ਦ ਗੁਰਦਾਸਪੁਰ ਐਂਡ ਦ ਬਲਾਚੌਰ। 2 ਐਗਰੀਕਲਚਰ ਕਾਲਜਸ ਐਸਟੈਬਲਿਸ਼ ਕਰਨ ਦੀ ਗੱਲ ਕੀਤੀ ਗਈ ਹੈ ਇਸ ਬਜਟ ਦੇ ਵਿੱਚ। ਉਹ ਕਿਹੜੇ ਕਾਲਜਸ ਹੈਗੇ ਆ? ਇੱਕ ਤਾਂ ਗੁਰਦਾਸਪੁਰ ਦੇ ਵਿੱਚ, ਸੈਕਿੰਡ ਹੈਗਾ ਬਾਲਾਚੌਰ ਦੇ ਵਿੱਚ। ਹੋਪਫੁਲੀ ਜਿਹੜਾ ਸਾਰਾ ਲੈਕਚਰ ਹੈ ਉਹ ਸਮਝ ਆ ਗਿਆ ਹੋਊਗਾ। ਜਿੰਨੇ ਵੀ ਇੰਪੋਰਟੈਂਟ ਪੁਆਇੰਟਸ ਆ ਤੁਹਾਨੂੰ ਦੱਸ ਚੁੱਕਿਆ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਅੱਗੇ ਜਿਹੜਾ ਪਾਰਟ 2 ਦਾ ਹੈਗਾ ਉਹ ਆਪਾਂ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਜਿਹੜੇ ਕਰੰਟ ਅਫੇਅਰ ਪਾਰਟ 2 ਹੈਗਾ ਉਹ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਆਪਣੇ ਰਿਵਿਊਜ਼ ਜ਼ਰੂਰ ਦਿਓ ਵੀ ਤੁਹਾਨੂੰ ਲੈਕਚਰਸ ਕਿਵੇਂ ਲੱਗ ਰਹੇ ਆ। ਵਾਰ-ਵਾਰ ਲੈਕਚਰਸ ਨੂੰ ਵੇਖਿਓ। ਮੋਸਟ ਇੰਪੋਰਟੈਂਟ ਜੀਐਸ ਕੁਐਸਚਨਾਂ ਦਾ ਪਾਰਟ ਵੀ ਅਸੀਂ ਕਰਵਾ ਰਹੇ ਹਾਂ ਜਿਹਦੇ ਵਿੱਚ ਅਸੀਂ ਪ੍ਰੀਵੀਅਸ ਈਅਰ ਕਰਵਾ ਰਹੇ ਹਾਂ ਸਾਰੇ ਹੀ ਸਟੇਟ ਪੀਸੀਐਸ ਦੇ। ਉਹ ਵੀ ਤੁਸੀਂ ਵੇਖ ਸਕਦੇ ਹੋ। ਕੱਲ੍ਹ ਆਪਾਂ ਕਰਵਾਇਆ ਸੀਗਾ ਐਨਾਲਾਈਜੇਸ਼ਨ ਆਫ ਦਾ ਪ੍ਰੀਵੀਅਸ ਈਅਰ 2018 ਦਾ ਆਪਾਂ ਐਨਾਲਾਈਜੇਸ਼ਨ ਕੀਤਾ ਸੀਗਾ, ਉਹ ਵੀ ਤੁਸੀਂ ਵੇਖ ਸਕਦੇ ਹੋ। ਉਹ ਸਾਰੇ ਦੇ ਸਾਰੇ ਜਿਹੜੇ ਲਿੰਕ ਹੈ ਤੁਸੀਂ ਡਿਸਕ੍ਰਿਪਸ਼ਨ ਬਾਕਸ ਵੇਖ ਸਕਦੇ ਹੋ ਜਾਂ ਜਿਹੜੀ ਸਾਡੇ ਚੈਨਲ ਹੈਗਾ ਉੱਤੇ ਜਾ ਕੇ ਵੀ ਵੇਖ ਸਕਦੇ ਹੋ। ਇੱਕ ਮਿਕਸ ਦੀ ਪਲੇਲਿਸਟ ਬਣੀ ਹੋਈ ਹੈ, ਉਹਦੇ ਵਿੱਚ ਜਾ ਕੇ ਵੇਖ ਸਕਦੇ ਹੋ। ਕੱਲ੍ਹ ਜਿਹੜਾ ਐਨਾਲਾਈਜੇਸ਼ਨ ਸੀਗਾ ਉਹ ਬਹੁਤ ਹੀ ਇੰਪੋਰਟੈਂਟ ਹੈ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਸੋ ਐਨਾਲਾਈਜੇਸ਼ਨ ਜਿਹੜਾ ਆਪਾਂ 2018 ਦੇ ਪੇਪਰ ਦਾ ਕੀਤਾ ਹੈ ਰੂਟਸ ਆਫ ਦਾ ਕੁਐਸਚਨ, ਉਹ ਜਾ ਕੇ ਜ਼ਰੂਰ ਵੇਖੋ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਥੈਂਕ ਯੂ ਸੋ ਮਚ।